ABC पंजाब ਦੇ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 129 ਗੱਡੀਆਂ ਨੂੰ ਦਿੱਤੀ ਗਈ ਹਰੀ ਝੰਡੀ। ਸੂਬੇ ਵਿੱਚ ਸੜਕ ਸੁਰੱਖਿਆ ਫੋਰਸ ਦਾ ਗਠਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ। ਨੈਸ਼ਨਲ ਏਜੰਸੀ NIA ਵੱਲੋਂ ਪਟਿਆਲਾ, ਮੋਹਾਲੀ, ਮੁਕਤਸਰ, ਮੋਗਾ, ਬਰਨਾਲਾ ਤੇ ਹੁਸ਼ਿਆਰਪੁਰ ਵਿੱਚ ਕੀਤੀ ਗਈ ਛਾਪੇਮਾਰੀ। ਕਈ ਕਿਸਾਨ ਆਗੂ, ਖਾਲਸਾ ਐਡ ਅਤੇ ਰਿਟਾਇਰਡ ਅਧਿਆਪਕ ਦੇ ਘਰ ਮਾਰਿਆ ਗਿਆ ਛਾਪਾ। ਹਰਿਆਣਾ 'ਚ ਹਿੰਸਾ ਤੋਂ ਬਾਅਦ ਤਣਾਅ ਵਧਿਆ, 5 ਜਾਣਿਆਂ ਦੀ ਮੌਤ। ਯੂਪੀ ਤੇ ਰਾਜਸਥਾਨ 'ਚ ਵੀ ਅਲਰਟ ਜਾਰੀ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਦਾਅਵਾ, ਸੂਬੇ 'ਚ ਹੜ੍ਹਾਂ ਕਾਰਨ ਪ੍ਰਭਾਵਿਤ ਹੋਈਆਂ ਜਲ ਸਪਲਾਈ ਦੀਆਂ 98% ਸਕੀਮਾਂ ਮੁੜ ਕਾਰਜਸ਼ੀਲ। ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੇਡਾ ਅਤੇ IIT ਰੋਪੜ ਵੱਲੋਂ ਗ੍ਰੀਨ ਹਾਈਡਰੋਜਨ ਦੇ ਉਤਪਾਦਨ ਲਈ ਕੀਤੇ ਜਾਣਗੇ ਅਹਿਮ ਉਪਰਾਲੇ। ਹੁਣ ਖਬਰਾਂ ਵਿਸਤਾਰ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਵਿਖੇ ਨਵੀਂ ਫੋਰਸ ਪੰਜਾਬ ਵਿੱਚ ਬਣਾਈ ਹੈ ਜੋ ਸੜਕਾਂ ਤੇ ਹੋ ਰਹੇ ਹਾਦਸਿਆਂ ਨੂੰ ਰੋਕੇਗੀ, ਜਿਸ ਦਾ ਨਾਮ ਸੜਕ ਸੁਰੱਖਿਆ ਫੋਰਸ ਰੱਖਿਆ ਗਿਆ। ਇਸ ਲਈ ਮੁੱਖ ਮੰਤਰੀ ਵੱਲੋਂ 129 ਗੱਡੀਆਂ ਨੂੰ ਹਰੀ ਝੰਡੀ ਦਿੱਤੀ ਗਈ। ਇਹ ਫੋਰਸ ਹਾਦਸੇ 'ਚ ਜਿਹੜੇ ਜ਼ਖਮੀ ਹੋਏ ਲੋਕ ਉਹਨਾਂ ਦੀ ਮਦਦ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਰੋਜ਼ਾਨਾ ਪੰਜਾਬ 'ਚ 14 ਲੋਕਾਂ ਦੀ ਸੜਕੀ ਹਾਦਸੇ 'ਚ ਮੌਤ ਹੋ ਰਹੀ ਹੈ। ਇਹ ਇੱਕ ਸਿਰਫ ਛੋਟਾ ਅੰਕੜਾ ਨਹੀਂ ਹੈ। ਹਰ ਸਾਲ 5000 ਤੋਂ ਵੱਧ ਜਿਹੜੇ ਲੋਕ ਨੇ ਉਹ ਸੜਕਾਂ ਤੇ ਰੋਡ ਐਕਸੀਡੈਂਟ ਦੌਰਾਨ ਹੀ ਦਮ ਤੋੜ ਰਹੇ ਨੇ। ਲੋਕਾਂ ਦੀ ਮੌਤ ਹੋਣਾ ਕਿਤੇ ਨਾ ਕਿਤੇ ਲਾਪਰਵਾਹੀ ਦਾ ਵੀ ਨਤੀਜਾ ਹੈ। ਪੰਜਾਬ ਪੁਲਿਸ ਕੋਲ ਪਹਿਲਾਂ ਹੀ ਬਹੁਤ ਕੰਮ ਹੈ। ਅਜਿਹੇ ਵਿੱਚ ਇਹ ਜਿਹੜੀ ਫੋਰਸ ਆ ਉਹਨਾਂ ਵਾਸਤੇ ਕਾਰਗਰ ਸਾਬਤ ਹੋਏਗੀ। ਉਹਨਾਂ ਕਿਹਾ ਕਿ ਜਿਵੇਂ ਨਦੀ ਵਿੱਚ ਕੋਈ ਗੱਡੀ ਡਿੱਗ ਜਾਵੇ ਤਾਂ ਹਾਦਸਾ ਹੋ ਗਿਆ ਤੇ ਪੁਲਿਸ ਨੂੰ ਪਹੁੰਚਣਾ ਪੈਂਦਾ। ਇਸ ਕਰਕੇ ਹੀ ਪੰਜਾਬ ਪੁਲਿਸ ਦਾ ਕੰਮ ਘਟਾਉਣ ਵਾਸਤੇ ਨਵੀਂ ਫੋਰਸ ਦਾ ਗਠਨ ਕੀਤਾ ਗਿਆ। ਇਸ ਫੋਰਸ ਦੀ ਵਰਦੀ ਵੀ ਜਲਦ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜਾਊਗੀ ਕਿ ਪੰਜਾਬ ਪੁਲਿਸ ਜਾਂ ਇਸ ਫੋਰਸ ਦੇ ਵਿੱਚ ਕਿੰਨਾ ਫਰਕ ਆ। ਭਗਵੰਤ ਮਾਨ ਨੇ ਕਿਹਾ ਕਿ ਇੱਕ ਗੱਡੀ 30 ਕਿਲੋਮੀਟਰ ਦੇ ਦਾਇਰੇ ਵਿੱਚ ਰਹੇਗੀ। ਅਗਰ ਉਸ ਦਾਇਰੇ ਤੋਂ ਕੋਈ ਹਾਦਸਾ ਹੁੰਦਾ ਤਾਂ ਉਸ ਦਾਇਰੇ ਵਾਲਾ ਅਧਿਕਾਰੀ ਹੀ ਜ਼ਿੰਮੇਵਾਰ ਹੋਏਗਾ ਜਿਹੜਾ ਮੌਕੇ ਤੇ ਨਾ ਪਹੁੰਚ ਸਕਿਆ, ਔਰ ਉਸ ਅਧਿਕਾਰੀ ਦੀ ਹਾਦਸੇ ਦੀ ਜਵਾਬ ਤਲਬੀ ਕੀਤੀ ਜਾਏਗੀ। ਜਿਹੜੀਆਂ ਗੱਡੀਆਂ ਇਸ ਫੋਰਸ ਨੂੰ ਦਿੱਤੀਆਂ ਜਾ ਰਹੀਆਂ ਉਹ ਸਾਰੀਆਂ ਡਿਜੀਟਲ ਹੋਣਗੀਆਂ। GPS ਸਿਸਟਮ ਲੱਗਾ ਹੋਏਗਾ ਔਰ ਇਸ ਫੋਰਸ ਕੋਲ ਇੱਕ ਐਂਬੂਲੈਂਸ ਅਤੇ ਰਿਕਵਰੀ ਵੈਨ ਤੱਕ ਵੀ ਉਪਲਬਧ ਕਰਵਾਈ ਜਾਏਗੀ। ਉਹਨਾਂ ਕਿਹਾ ਕਿ ਜੇਕਰ ਕੋਈ ਸੜਕ ਤੇ ਟਰਾਲੀ ਜਾਂ ਕੋਈ ਹੋਰ ਵਾਹਨ ਜਾਂ ਸਾਧਨ ਖੜਾ ਹੋਏਗਾ ਤਾਂ ਉਸ 'ਤੇ ਉਹਨੂੰ ਤੁਰੰਤ ਕਾਰਵਾਈ ਕਰਦਿਆਂ ਉਹਨਾਂ ਦਾ ਚਲਾਨ ਕੀਤਾ ਜਾਏਗਾ। ਕੋਈ ਵੀ ਗੱਡੀ ਰੋਡ 'ਤੇ ਨਹੀਂ ਫਾਲਤੂ ਖੜੇਗੀ, ਕਿਉਂਕਿ ਜਿਸ ਨਾਲ ਬਹੁਤ ਸਾਰੇ ਇੱਦਾਂ ਕਿਸੇ ਵੇਲੇ ਰੋਡ ਹਾਦਸੇ ਹੋ ਜਾਂਦੇ ਨੇ। ਅਜਿਹੇ ਜੋ ਸੜਕ 'ਤੇ ਗੱਡੀਆਂ ਖੜੀਆਂ ਰਹਿੰਦੀਆਂ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਏਗੀ। ਸ਼ਹਿਰਾਂ ਦੀਆਂ ਸੜਕਾਂ 'ਤੇ ਵੀ ਇਹ ਫੋਰਸ ਤੈਨਾਤ ਰਹੇਗੀ ਔਰ ਇਹ ਫੋਰਸ ਹੀ ਸ਼ਹਿਰ ਦੇ ਵਿੱਚ ਟ੍ਰੈਫਿਕ ਉਲੰਘਣਾ ਕਰਨ ਵਾਲੇ ਦਾ ਚਲਾਨ ਕਰੇਗੀ। ਇਹ ਫੋਰਸ ਸ਼ਿਫਟਾਂ ਵਿੱਚ ਕੰਮ ਕਰੇਗੀ। ਮਹਿਲਾ ਕਰਮਚਾਰੀ ਵੀ ਇਸ ਫੋਰਸ ਵਿੱਚ ਸ਼ਾਮਲ ਹੋਣਗੇ। ਇਸ ਫੋਰਸ ਦੀ ਪਹਿਲ ਸਹਾਇਤਾ ਤੇ अन्य ਜਿਹੜੀ ਹੋਰ ਟ੍ਰੇਨਿੰਗ ਦੇਣੀ ਹੋਏਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਜਿਹੜੇ ਸਾਧਨ ਨੇ ਉਹਨਾਂ ਵਿੱਚ ਵੀ ਜਿਹੜੀ ਮੁੱਢਲੀ ਸਹਾਇਤਾ ਕਿੱਟ ਹੁੰਦੀ ਆ ਉਹ ਜ਼ਰੂਰੀ ਰੱਖੀ ਜਾਵੇ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਵਿਖੇ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਵਿੱਚ ਸ਼ਰੀਕ ਹੋਏ ਅਤੇ ਦੁੱਖ ਸਾਂਝਾ ਕੀਤਾ। ਇਸ ਦੌਰਾਨ ਵੱਡੀ ਜਿਹੜੀ ਪੁਲਿਸ ਰੱਖਿਆ ਵੀ ਤੈਨਾਤ ਕੀਤੀ ਗਈ ਆ ਔਰ ਉਸੇ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰਿੰਦਰ ਸ਼ਿੰਦਾ ਦੇ ਘਰ ਜਾ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ। ਤੁਹਾਨੂੰ ਦੱਸਿਆ ਸੁਰਿੰਦਰ ਸ਼ਿੰਦਾ ਦਾ 26 ਜੁਲਾਈ ਨੂੰ DMC ਹਸਪਤਾਲ ਵਿੱਚ ਮੌਤ ਹੋ ਗਈ ਸੀ ਤੇ ਕੁਝ ਦਿਨ ਪਹਿਲਾਂ ਹੀ ਉਹ ਹਸਪਤਾਲ ਵਿੱਚ ਫੂਡ ਪਾਈਪ ਦਾ ਆਪਰੇਸ਼ਨ ਕਰਵਾਇਆ ਗਿਆ ਸੀ ਤੇ ਬਾਅਦ 'ਚ ਇਨਫੈਕਸ਼ਨ ਵੱਧ ਗਈ ਸੀ ਤੇ 26 ਜੁਲਾਈ ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹੀ ਸੀ। ਉਹਨਾਂ ਨੂੰ ਅਸਲ ਦੇ ਵਿੱਚ ਸਾਹ ਲੈਣ ਦੇ ਵਿੱਚ ਤਕਲੀਫ ਸੀ। ਉਹ ਸ਼ਿੰਦਾ ਕਈ ਦਿਨ ਇੱਕ ਨਿੱਜੀ ਹਸਪਤਾਲ ਦੇ ਵੈਂਟੀਲੇਟਰ 'ਤੇ ਰਹੇ। ਉਸ ਤੋਂ ਬਾਅਦ ਉਹਨਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਤੇ ਉਹਨਾਂ ਨੂੰ DMC ਵਿੱਚ ਸ਼ਿਫਟ ਕੀਤਾ ਗਿਆ। ਸੁਰਿੰਦਰ ਸ਼ਿੰਦਾ ਆਪਣੇ ਪਿੱਛੇ ਆਪਣੀ ਪਤਨੀ ਜੋਗਿੰਦਰ ਕੌਰ, 2 ਬੇਟੇ ਮਨਿੰਦਰ ਸ਼ਿੰਦਾ, ਸਿਮਰਨ ਸ਼ਿੰਦਾ ਨੂੰ ਛੱਡ ਗਏ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੌਰਾਨ ਕਿਹਾ ਕਿ ਅਗਰ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਮਦਦ ਵਾਸਤੇ ਕਹੇਗਾ ਤਾਂ ਸਰਕਾਰ ਹਰ ਤਰ੍ਹਾਂ ਦੀ ਮਦਦ ਕਰੇਗੀ। ਉਹਨਾਂ DMC ਹਸਪਤਾਲ ਦਾ ਜਿਹੜਾ 16 ਲੱਖ ਰੁਪਏ ਦਾ ਬਿੱਲ ਬਣਿਆ ਸੀ ਉਹ ਸਰਕਾਰ ਨੇ ਉਸ ਨੂੰ 8 ਲੱਖ ਰੁਪਏ ਦਾ ਕਰ ਦਿੱਤਾ ਗਿਆ ਤੇ ਇੱਕ ਹੋਰ ਪ੍ਰੇਮੀ ਕਲਾ ਨੇ ਸੁਰਿੰਦਰ ਸ਼ਿੰਦਾ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਮਦਦ ਕੀਤੀ ਹੈ। ਉਹਨਾਂ ਕਿਹਾ ਕਿ ਇਹ ਕੋਈ ਆਸਾਨ ਨਹੀਂ ਹੈ, ਸਾਡਾ ਫਰਜ਼ ਆ। ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਸੇਵਾ ਕੀਤੀ ਹੈ ਉਹਨਾਂ ਲੋਕਾਂ ਦਾ ਮਦਦ ਕਰਨਾ ਪੰਜਾਬ ਸਰਕਾਰ ਦਾ ਮੁੱਢਲਾ ਫਰਜ਼ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਰਿੰਦਰ ਸ਼ਿੰਦਾ ਦੇ ਨਾਲ ਉਹਨਾਂ ਨੇ ਕਈ ਮੰਚ ਸਾਂਝੇ ਕੀਤੇ ਨੇ
ਜਦੋਂ ਉਹਨਾਂ ਨੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਸਮੇਂ ਸੁਰਿੰਦਰ ਸ਼ਿੰਦਾ ਜਾਂ ਮੁਹੰਮਦ ਸਦੀਕ ਵਰਗੇ ਕਲਾਕਾਰਾਂ ਤੋਂ ਉਹਨਾਂ ਨੂੰ ਬਹੁਤ ਕੁਝ ਸਿੱਖਣ ਦਾ ਮਿਲਿਆ ਹੈਗਾ ਔਰ ਯਤਨ ਵੀ ਕਰਦੇ ਰਹੇ ਨੇ। ਉਹਨਾਂ ਕਹਿੰਦੇ ਸੁਰਿੰਦਰ ਸ਼ਿੰਦਾ ਜਦੋਂ ਵੀ ਮਿਲਦੇ ਤਾਂ ਬੜਾ ਖੁਸ਼ਦਿਲ ਹੋ ਕੇ ਉਹਨਾਂ ਨੂੰ ਮਿਲਦੇ ਸੀ ਤੇ ਪੰਜਾਬ ਵਿੱਚ ਸੁਰਿੰਦਰ ਸ਼ਿੰਦਾ ਦਾ ਗਾਇਕੀ ਦੇ ਮਸਲੇ ਵਿੱਚ ਕੋਈ ਤੋੜ ਨਹੀਂ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਉਣਾ ਮੋੜ ਗੀਤ ਸੁਣ ਕੇ ਹੀ ਉਹ ਵੱਡੇ ਹੋਏ ਨੇ ਤੇ ਸੁਰਿੰਦਰ ਸ਼ਿੰਦਾ ਆਪਣੇ ਆਪ 'ਚ ਵੀ ਜੇ ਇੱਕ ਸੁਰਾਂ ਦੇ ਰਾਜੇ ਸਨ ਤੇ ਪੰਜਾਬੀ ਗੀਤਕਾਰ ਅਤੇ ਫਿਲਮ ਇੰਡਸਟਰੀ ਨੂੰ ਨਾ ਪੂਰਾ ਪੈਣ ਵਾਲਾ ਜਿਹੜਾ ਘਾਟਾ ਪਿਆ ਹੈਗਾ ਉਹ ਕਦੀ ਵੀ ਪੂਰਾ ਨਹੀਂ ਹੋਵੇਗਾ। ਉਹਨਾਂ ਸੁਰਿੰਦਰ ਸ਼ਿੰਦਾ ਦਾ ਦੱਸਦੇ ਕਿ ਜਨਮ ਲੁਧਿਆਣਾ ਦੇ ਪਿੰਡ ਛੋਟੀ ਆਲੀ ਵਿੱਚ ਹੋਇਆ ਸੀ। ਪਿਤਾ ਦਾ ਬਚਨ ਰਾਮ ਅਤੇ ਮਾਤਾ ਵਿਦਿਆਵਤੀ ਦਾ ਨਾਂ ਸੀ ਤੇ ਉਹਨਾਂ ਦੇ ਘਰੋਂ ਹੀ ਉਹਨਾਂ ਨੂੰ ਸੰਗੀਤ 'ਚੋਂ ਹੀ ਵਿਰਾਸਤ 'ਚ ਉਹਨਾਂ ਨੂੰ ਸੰਗੀਤ ਮਿਲਿਆ ਸੀ, ਜਿਸ ਵਜ੍ਹਾ 'ਚ ਉਹਨਾਂ ਨੇ 4 ਸਾਲ ਦੀ ਉਮਰ ਵਿੱਚ ਹੀ ਸੁਰਿੰਦਰ ਸ਼ਿੰਦਾ ਨੇ ਗਾਉਣਾ ਸਿੱਖਣਾ ਲਿਆ ਸੀ। ਉਹਨਾਂ ਦਾ ਅਸਲੀ ਨਾਮ ਸੁਰਿੰਦਰਪਾਲ ਧਾਮੀ ਸੀ। ਸੁਰਿੰਦਰ ਸ਼ਿੰਦਾ ਦੇ ਉਸਤਾਦ ਮਿਸਤਾਰੀ ਬਚਨ ਰਾਮ ਨੇ ਹੀ ਉਹਨਾਂ ਨੂੰ ਗਾਇਕੀ ਦੇ ਗੁਰ ਸਿਖਾਏ ਸੀ। ਉਹਨਾਂ ਨੇ ਆਪਣੀ ਮੁੱਢਲੀ ਜਿਹੜੀ ਸਿੱਖਿਆ ਵਾ ਉਹ ਹਾਤਾ ਸ਼ੇਰ ਜੰਗ ਸਿੰਘ ਸਰਕਾਰੀ ਸਕੂਲ ਵਿੱਚ ਪੂਰਾ ਕੀਤੀ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ ਮਲਟੀਪਰਪਜ਼ ਸਕੂਲ ਅਤੇ ਲੁਧਿਆਣਾ ਦੇ ਵਿੱਚ ਉਹਨਾਂ ਨੇ ਆਪਣੀ ਮੁੱਢਲੀ ਅਤੇ ਹਾਈ ਐਜੂਕੇਸ਼ਨ ਪ੍ਰਾਪਤ ਕੀਤੀ ਸੀ। ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਤੇ ਨਾਲ ਕਿਹਾ ਕਿ ਸਰਕਾਰ ਉਹਨਾਂ ਦੀ ਹਰ ਮਦਦ ਕਰੇਗੀ ਔਰ ਜਿਹੜਾ 16 ਲੱਖ ਰੁਪਏ ਦਾ ਬਿੱਲ ਬਣਿਆ ਸੀ ਉਹ ਸਰਕਾਰ ਨੇ 8 ਲੱਖ ਰੁਪਏ ਦਾ ਕਰਵਾ ਦਿੱਤਾ ਤੇ ਇੱਕ ਹੋਰ ਕਲਾ ਪ੍ਰੇਮੀ ਨੇ 5 ਲੱਖ ਰੁਪਏ ਦੇਣ ਦੀ ਮਦਦ ਕੀਤੀ ਹੈ। ਨੈਸ਼ਨਲ ਏਜੰਸੀ NIA ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਛਾਪੇਮਾਰੀ ਕਰਕੇ ਕਿਸਾਨ ਘਰਾਂ ਦੇ ਵਿੱਚ ਖਾਲਸਾ ਏਡ ਤੇ ਕਿਸੇ ਰਿਟਾਇਰਡ ਟੀਚਰ ਦੇ ਘਰ ਵੀ ਛਾਪੇਮਾਰੀ ਕੀਤੀ ਹੈ। ਪਟਿਆਲਾ, ਮੋਗਾ, ਬਰਨਾਲਾ, ਮੁਕਤਸਰ ਅਤੇ ਹੁਸ਼ਿਆਰਪੁਰ ਦੇ ਵਿੱਚ NIA ਦੀ ਛਾਪੇਮਾਰੀ ਕੀਤੀ ਗਈ ਹੈ ਉਹਨਾਂ ਵੱਲੋਂ ਔਰ ਪਟਿਆਲਾ ਦੇ ਵਿੱਚ ਖਾਲਸਾ ਏਡ ਦੇ ਦਸਤਾਵੇਜ਼ ਵੀ ਖੰਗਾਲੇ ਗਏ ਨੇ ਔਰ 1 ਘੰਟਾ ਟੀਮ ਨੇ ਜਾਂਚ ਪੜਤਾਲ ਕੀਤੀ ਹੈਗੀ ਹੈ। NIA ਦੀ ਟੀਮ ਵੱਲੋਂ ਖਾਲਸਾ ਏਡ ਦੇ ਜਿਹੜੇ ਠਿਕਾਣੇ ਨੇ ਉਹਨਾਂ 'ਤੇ ਰੇਡ ਜਿਹੜੀ ਆ ਉਹ ਮਾਰੀ ਗਈ ਹੈ। ਰਿਸ਼ੀ ਕਲੋਨੀ ਸਥਿਤ ਖਾਲਸਾ ਏਡ ਦੇ ਆਫਿਸ ਵਿੱਚ ਸਵੇਰੇ 5 ਵਜੇ ਰੇਡ ਮਾਰੀ ਗਈ ਹੈ। NIA ਦੀ ਟੀਮ ਨੇ ਕਰੀਬ 1 ਘੰਟਾ ਤੱਕ ਪੂਰੀ ਪੜਤਾਲ ਕੀਤੀ ਔਰ ਇਸ ਦੌਰਾਨ ਆਫਿਸ ਦੇ ਵਿੱਚ ਰੱਖੇ ਸਾਰੇ ਰਿਕਾਰਡ ਉਹ ਆਪਣੇ ਨਾਲ ਲੈ ਗਈ ਆ ਤੇ ਇਸ ਦੀ ਜਿਹੜੀ ਪੁਸ਼ਟੀ ਆ ਉਹ ਖਾਲਸਾ ਏਡ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਹੋਣਾ ਕੀਤੀ ਹੈ। ਜ਼ਿਕਰਯੋਗ ਹੈ ਕਿ NIA ਦੀ ਟੀਮ ਨੇ ਗੈਂਗਸਟਰ ਤੇ ਅੱਤਵਾਦੀਆਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਤੋਂ ਬਾਅਦ ਹੁਣ ਖਾਲਸਾ ਏਡ ਦੇ ਠਿਕਾਣਿਆਂ 'ਤੇ ਵੀ ਛਾਪੇ ਮਾਰੇ ਨੇ। ਖਾਲਸਾ ਏਡ ਨੂੰ ਵਿਦੇਸ਼ ਵਿੱਚ ਭਾਰੀ ਮਾਤਰਾ 'ਚ ਫੰਡਿੰਗ ਹੁੰਦੀ ਹੈ ਜਿਸ ਤੋਂ ਲਗਾਤਾਰ ਉਹ ਸਿਰਫ ਪੰਜਾਬ ਨਹੀਂ ਦੁਨੀਆ ਭਰ ਦੇ ਵਿੱਚ ਉਹ ਫੰਡਿੰਗ ਦੇ ਨਾਲ ਮਾਨਵਤਾ ਦੀ ਭਲਾਈ ਵਾਸਤੇ ਕੰਮ ਕਰਦੇ ਨੇ। ਇਸੇ ਤਰ੍ਹਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਆਫਿਸ ਵਿੱਚ ਮੌਜੂਦ ਸਟਾਫ ਦੇ ਨਾਲ ਵੀ ਗੱਲਬਾਤ ਕੀਤੀ। ਉੱਥੇ ਖਾਲਸਾ ਏਡ ਦਾ ਇੱਕ ਆਫਿਸ SST ਨਗਰ ਵਿੱਚ ਵੀ ਦੱਸਿਆ ਜਾ ਰਿਹਾ ਕਿ ਆਫਿਸ ਇਹਨਾਂ ਦਿਨਾਂ ਵਿੱਚ ਬੰਦ ਹੈ ਲੇਕਿਨ NIA ਦੀ ਟੀਮ ਨੇ ਉਸ ਆਫਿਸ ਦਾ ਵੀ ਰਿਕਾਰਡ ਹਾਸਲ ਕੀਤਾ। ਬਾਅਦ ਵਿੱਚ NIA ਦੀ ਟੀਮ ਨੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਗੈਂਗਸਟਰ ਤੇ ਅੱਤਵਾਦੀਆਂ ਦੀ ਤਾਲਾਸ਼ ਕਈ ਵਾਰ ਵੀ ਛਾਪੇਮਾਰੀ ਕੀਤੀ ਹੈ। ਖਾਲਸਾ ਏਡ ਦੇ ਵਲੰਟੀਅਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ NIA ਨੇ ਜਿਹੜੀ ਰੇਡ ਕੀਤੀ ਆ ਉਹਦੇ 'ਚ ਉਹਨਾਂ ਕੁਝ ਜਾਣਕਾਰੀ ਦਿੱਤੀ ਲੇਕਿਨ NIA ਦੇ ਖਾਲਸਾ ਏਡ ਦੇ MD ਅਮਰਪ੍ਰੀਤ ਸਿੰਘ ਦੇ ਘਰ ਵੀ ਰੇਡ ਕੀਤੀ ਗਈ ਜੋ ਸਵੇਰੇ 5 ਵਜੇ ਤੋਂ ਲੈ ਕੇ 10:30 ਵਜੇ ਤੱਕ ਚੱਲੀ ਹੈ। ਟੀਮ ਨੇ ਖਾਲਸਾ ਏਡ ਦੇ ਆਫਿਸ ਵਿੱਚ ਵਿਜ਼ਿਟ ਕੀਤਾ। ਉਹਨਾਂ ਨੇ ਆਫਿਸ ਦੇ ਨਾਲ ਗੋਦਾਮ ਵੀ ਚੈੱਕ ਕੀਤੇ। ਟੀਮ ਨੇ ਰੇਡ ਦੌਰਾਨ ਜੋ ਵੀ ਕਾਰਵਾਈ ਕੀਤੀ ਉਹਦੀ ਜਾਣਕਾਰੀ MD ਅਮਰਪ੍ਰੀਤ ਸਿੰਘ ਹੀ ਦੱਸ ਸਕਦੇ ਨੇ, ਇਹ ਉਹਨਾਂ ਦੇ ਵਲੰਟੀਅਰ ਨੇ ਕਿਹਾ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਭੂੰਗਾ ਵਿੱਚ ਵੀ ਸਵੇਰੇ 6 ਵਜੇ ਦੇ ਕਰੀਬ NIA ਨੇ ਛਾਪਾ ਮਾਰਿਆ ਹੈਗਾ। ਅਧਿਆਪਕ ਸਰਬਜੋਤ ਸਿੰਘ ਘਰ ਦੇ ਰੇਡ ਕੀਤੀ ਗਈ। NIA ਦੀ ਟੀਮ ਨੇ 2 ਘੰਟੇ ਤੱਕ ਪਰਿਵਾਰ ਕੋਲੋਂ ਪੁੱਛਗਿੱਛ ਕੀਤੀ ਔਰ ਸਰਬਜੀਤ ਦਾ ਮੋਬਾਈਲ ਵੀ ਆਪਣੇ ਨਾਲ ਲੈ ਗਏ। ਉਹਨਾਂ ਨੂੰ 3 ਅਗਸਤ ਨੂੰ ਨਵੀਂ ਦਿੱਲੀ ਵਿਖੇ ਦਫ਼ਤਰ ਵਿੱਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਨੇ। ਨਰਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਉਹਨਾਂ ਦੇ ਘਰ ਟੀਮ NIA ਦੀ ਪਹੁੰਚੀ। ਬੇਟੇ ਸਰਬਜੋਤ ਬਾਰੇ ਪੁੱਛਿਆ ਗਿਆ ਪਰ ਬੇਟਾ ਸਰਬਜੋਤ ਘਰ ਵਿੱਚ ਨਹੀਂ ਸੀ, ਉਹਨਾਂ ਦੇ ਮਾਮੇ ਘਰ ਗਿਆ ਸੀ, ਜਿਸ ਤੋਂ ਬਾਅਦ ਉਹ ਮੈਨੂੰ ਲੈ ਕੇ ਉਹਨਾਂ ਦੇ ਮਾਮਾ ਘਰ ਪਹੁੰਚੇ ਔਰ ਉਸ ਤੋਂ ਬਾਅਦ ਉਹ ਦੁਬਾਰਾ ਸਾਡੇ ਘਰ ਪਹੁੰਚਿਆ ਗਏ। ਉਹਨਾਂ ਦੱਸਿਆ ਕਿ ਵਿਸਾਖੀ ਦੇ ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਜੱਥੇ ਵਿੱਚ ਪਾਕਿਸਤਾਨ ਦੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਏ ਸੀ। 10 ਦਿਨ ਬਾਅਦ ਦੁਬਾਰਾ ਘਰ ਵਾਪਸੀ ਕੀਤੀ ਸੀ। ਉਹਨਾਂ ਦਾ ਕਿ NIA ਦੀ ਟੀਮ ਨੇ ਉਹਨਾਂ ਦੇ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਆਉਣ ਵਾਲੇ ਦਿਨ ਤੇ ਟੀਮ ਨੇ ਉਹਨਾਂ ਨੂੰ ਦਿੱਲੀ ਆਫਿਸ ਬੁਲਾਇਆ ਜਾਂ ਉੱਥੇ ਉਹ ਤੇ ਉਹਦਾ ਬੇਟਾ ਉਹ ਉਸ ਪੜਤਾਲ ਵਿੱਚ ਸ਼ਾਮਲ ਹੋਣਗੇ। ਉਹਨਾਂ ਦੱਸਿਆ ਕਿ ਬੇਟਾ ਸਰਬਜੋਤ ਸਿੰਘ ਕਰੋਨਾ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾਵਾਂ ਦੇ ਰਹੇ ਨੇ ਤੇ ਪਰਿਵਾਰ ਨੇ ਕਿਹਾ ਟੀਮ ਇੱਥੇ ਕਿਉਂ ਹੀ ਇਸ ਬਾਰੇ ਉਹ ਕੁਝ ਨਹੀਂ ਜਾਣਦੇ। ਇਸੇ ਤਰ੍ਹਾਂ ਮੁਕਤਸਰ ਦੇ ਪਿੰਡ ਸਰਾਵਾਂ ਬੋਦਲਾ ਦੇ ਵਿੱਚ ਵੀ ਇੱਕ ਕਿਸਾਨ ਨੇਤਾ ਦੇ ਘਰ ਰੇਡ ਕੀਤੀ ਗਈ। ਉਹ ਵੀ ਸਵੇਰੇ 5 ਵਜੇ ਰੇਡ ਮਾਰੀ ਗਈ। ਇਸ ਤੋਂ ਇਲਾਵਾ
ਬਰਨਾਲਾ ਦੇ ਪਿੰਡ ਵਿੱਚ ਵੀ ਜਿਹੜਾ ਪੰਦੇਰ ਪਿੰਡ ਆ ਉੱਥੇ ਰੇਡ ਮਾਰੀ ਗਈ ਹੈਗੀ ਹੈ, ਜਿੱਥੇ ਕਿਸਾਨ ਭੋਲਾ ਸਿੰਘ ਦੇ ਘਰ ਰੇਡ ਮਾਰੀ ਗਈ ਹੈ। ਦੱਸਿਆ ਜਾ ਰਿਹਾ ਕਿ ਭੋਲਾ ਸਿੰਘ ਦਾ ਲੜਕਾ ਜਿਹੜਾ UK ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਸੀ ਜਿਸ 'ਤੇ ਹਮਲਾ ਹੋਇਆ ਸੀ, ਉਹਦੇ ਵਿੱਚ ਉਹਨਾਂ ਦੇ ਲੜਕੇ ਦਾ ਵੀ ਵੱਧ ਤੋਂ ਵੱਧ ਸਹਿਯੋਗ ਸੀ। ਇਸ ਕਰਕੇ ਉਸੇ ਮਸਲੇ ਦੇ ਵਿੱਚ ਹੀ ਉਹਨਾਂ ਦੇ ਘਰ ਵੀ ਰੇਡ ਮਾਰੀ ਗਈ ਹੈ। ਇਸੇ ਤਰ੍ਹਾਂ ਮੋਹਾਲੀ ਦੇ ਵਿੱਚ ਵੀ ਅੱਤਵਾਦੀ ਮੰਨੇ ਜਾਂਦੇ ਪਰਮਜੀਤ ਸਿੰਘ ਉਰਫ ਪੰਮਾ ਦੇ ਘਰ ਵੀ ਰੇਡ ਮਾਰੀ ਗਈ ਹੈ। ਉੱਥੋਂ ਵੀ ਕਾਫੀ ਕੁਛ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਪਰਮਜੀਤ ਪੰਮਾ ਜਿਹੜੇ ਪਹਿਲਾਂ ਗ੍ਰਿਫਤਾਰ ਹੋ ਗਏ, ਉਸ ਤੋਂ ਬਾਅਦ ਉਹ ਬਾਹਰ ਚਲੇ ਗਏ ਸੀ। ਉਹਨਾਂ ਨੇ ਉੱਥੇ ਰਾਜਸੀ ਸ਼ਰਨ ਲੈ ਲਈ ਸੀ। ਉਹਨਾਂ ਦੇ ਪਿਤਾ ਮਾਤਾ ਜਿਹੜੇ ਬਜ਼ੁਰਗ ਅਵਸਥਾ ਵਿੱਚ ਰਹਿੰਦੇ ਨੇ, ਉਹਨਾਂ ਕੋਲ ਪੁੱਛਗਿੱਛ ਕੀਤੀ ਗਈ। ਲੇਕਿਨ ਜਿਹੜੇ ਵੀ NIA ਨੇ ਅਜੇ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਗਈ ਹੈ, ਲੇਕਿਨ ਫਿਲਹਾਲ ਅਧਿਕਾਰੀ ਤੌਰ 'ਤੇ NIA ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੁਸ਼ਟੀ ਤੌਰ 'ਤੇ ਨਹੀਂ ਦਿੱਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵਿਚਕਾਰ ਜਿਹੜਾ ਤਕਰਾਰ ਵਧਿਆ, ਉਹ ਤਕਰਾਰ ਘਟਣ ਦੀ ਬਜਾਏ ਹੋਰ ਵੱਧਦਾ ਜਾ ਰਿਹਾ ਤੇ ਇਸੇ ਦੇ ਚੱਲਦਿਆਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਾਹਿਬ ਵੱਲੋਂ ਇੱਕ ਵਾਰ ਫਿਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਾਕਟਰ BR ਅੰਬੇਦਕਰ ਸਾਹਿਬ ਦੀ ਹਵਾਲਾ ਦਿੰਦਿਆਂ ਹਾਂ ਉਹਨਾਂ ਨੂੰ 3 ਪੇਜ ਦੀ ਚਿੱਠੀ ਲਿਖੀ ਹੈ ਤੇ ਨਾਲ ਹੀ ਇਤਰਾਜ਼ ਪ੍ਰਗਟ ਕੀਤਾ ਕਿ ਜਿਹੜਾ ਤੁਸੀਂ ਮੇਰੇ ਸਨਮੁਖ ਹੋ ਕੇ ਮੈਨੂੰ ਵਿਹਲਾ ਕਿਹਾ ਔਰ ਇੱਕ ਮੁੱਖ ਮੰਤਰੀ ਵੱਲੋਂ ਇੱਕ ਰਾਜਪਾਲ ਨੂੰ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰਨਾ ਇਹ ਮਰਿਆਦਾ ਦੀ ਉਲੰਘਣਾ ਵਾ ਔਰ ਕਿੰਨਾ ਕੀ ਜਾਇਜ਼ ਆ ਔਰ ਇਹ ਵਾਰ-ਵਾਰ ਅਜਿਹੇ ਸ਼ਬਦ ਜਿਹੜੇ ਬੋਲੇ ਜਾਂਦੇ ਨੇ ਜੋ ਉਹਨਾਂ ਦੇ ਪ੍ਰਤੀ ਜਿਹੜੇ ਸ਼ਬਦ ਬੋਲੇ ਜਾ ਰਹੇ ਉਹ ਸਰਾਸਰ ਇਤਰਾਜ਼ਯੋਗ ਨੇ। 3 ਪੇਜ ਦੀ ਚਿੱਠੀ ਲਿਖੀ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਆਟਾ ਦਾਲ ਸਕੀਮ ਦਾ ਜ਼ਿਕਰ ਕੀਤਾ ਗਿਆ, ਜਿਹੜੀ ਚਿੱਠੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਿਖੀ ਗਈ ਸੀ। ਉਸ ਚਿੱਠੀ ਦਾ ਵੀ ਹਵਾਲਾ ਦਿੱਤਾ ਤੇ ਨਾਲ ਦੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਉਹਨਾਂ ਇੱਕ ਭਾਸ਼ਣ ਦੇ ਵਿੱਚ ਰਾਜਪਾਲ ਨੂੰ ਵਿਹਲਾ ਕਹਿਣਾ, ਉਸ ਸ਼ਬਦ ਦਾ ਵੀ ਉਹਨਾਂ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਤੇ ਨਾਲ ਦੀ ਨਾਲ ਕਿਹਾ ਕਿ ਤੁਸੀਂ ਇੱਕ ਪਾਸੇ ਸੁਪਰੀਮ ਕੋਰਟ ਗਏ ਸੀ ਤੇ ਸੁਪਰੀਮ ਕੋਰਟ ਨੇ ਜਿਹੜੀ ਜੱਜਮੈਂਟ ਸੁਣਾਈ ਸੀ ਉਸ ਜੱਜਮੈਂਟ ਦੀ ਵੀ ਤੁਸੀਂ ਉਲੰਘਣਾ ਕਰ ਰਹੇ ਹੋ। ਪੂਰੀ ਚਿੱਠੀ ਜਿਹੜੀ 3 ਪੇਜ ਦੀ ਇੰਗਲਿਸ਼ ਭਾਸ਼ਾ ਵਿੱਚ ਲਿਖੀ ਗਈ ਆ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸਾਹਿਬ ਵੱਲੋਂ, ਉਹਨਾਂ ਨੇ ਬੜੇ ਜਿਹੜਾ ਚਿੱਠੀ ਦੀ ਜਿਹੜੀ ਸ਼ੁਰੂਆਤ ਆ ਉਹਨਾਂ ਨੇ ਬਾਬਾ ਸਾਹਿਬ ਦੇ ਕੋਟ ਦੇ ਨਾਲ ਕੀਤੀ ਹੈਗੀ, ਕਿਉਂਕਿ ਭਗਵੰਤ ਮਾਨ ਸਾਹਿਬ ਦੀ ਜਦੋਂ ਦੀ ਸਰਕਾਰ ਆਈ ਸੀ ਤੇ ਇਹਨਾਂ ਨੇ ਵਾਰ-ਵਾਰ ਇਹ ਜ਼ਿਕਰ ਕੀਤਾ ਸੀ ਕਿ ਬਾਬਾ ਸਾਹਿਬ ਦੀ ਬੜੀ ਇੱਜ਼ਤ ਕਰਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦੀ ਫੋਟੋ ਲਾਈ ਸੀ ਉੱਥੇ ਹੀ ਸੰਵਿਧਾਨ ਦੇ ਨਿਰਮਾਤਾ ਡਾਕਟਰ BR ਅੰਬੇਦਕਰ ਸਾਹਿਬ ਦੀ ਵੀ ਫੋਟੋ ਲਾਈ ਸੀ, ਤਸਵੀਰਾਂ ਲਾਈਆਂ। ਉਸ ਡਾਕਟਰ ਬਾਬਾ ਸਾਹਿਬ ਦੇ ਹੀ ਹਵਾਲੇ ਤੋਂ ਚਿੱਠੀ ਜਿਹੜੀ ਲਿਖੀ ਗਈ ਆ ਉਹਦੇ 'ਚ ਜ਼ਿਕਰ ਕੀਤਾ ਗਿਆ ਕਿ ਜਿਹੜੇ ਮੇਰੇ ਲੋ ਵਾਰ-ਵਾਰ ਜਿਹੜੇ ਤੁਹਾਡੇ ਕੋਲ ਜਵਾਬ ਮੰਗੇ ਗਏ ਨੇ ਕੁਝ ਸਵਾਲਾਂ ਦੇ, ਤੁਸੀਂ ਲਗਾਤਾਰ ਨਜ਼ਰਅੰਦਾਜ਼ ਕਰਦੇ ਆ ਰਹੇ ਹੋ ਔਰ ਉਹ ਮਹਿਸੂਸ ਕਰਦੇ ਹੈਗੇ ਨੇ ਕਿ ਜਿਹੜੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਜਿਹੜੇ ਕਿ ਗਵਰਨਰ ਦੇ ਫੰਕਸ਼ਨ ਨੂੰ ਜਿਹੜਾ ਡਿਸਾਈਡ ਕੀਤਾ ਸੀ, ਤੁਸੀਂ ਉਸ ਦੀ ਵੀ ਉਲੰਘਣਾ ਕਰ ਰਹੇ ਹੋ। ਔਰ ਇਹਦੇ ਮਸਲ 'ਚ ਉਹਨਾਂ ਕਿਹਾ ਕਿ ਇੱਕ ਪਾਸੇ ਤੁਸੀਂ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀਆਂ ਦਫ਼ਤਰਾਂ ਦੇ ਵਿੱਚ ਫੋਟੋਆਂ ਲਾਈਆਂ ਨੇ, ਤਸਵੀਰਾਂ ਲਾਈਆਂ ਨੇ ਤੇ ਪੰਜਾਬ ਦੀ ਜਨਤਾ ਦੇ ਸਾਹਮਣੇ ਬੜਾ ਇੱਕ ਆਪਣਾ ਚੰਗਾ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ, ਲੇਕਿਨ ਨਾਲ ਦੀ ਨਾਲ ਜਿਹੜੇ ਤੁਸੀਂ ਉਹਨਾਂ ਦੇ ਪ੍ਰਿੰਸੀਪਲ ਦੀ ਜਿਹੜੇ ਉਹਨਾਂ ਦੇ ਜਿਹੜੀ ਭਾਵਨਾ ਵਾ ਉਹ ਸਭ ਦੇ ਸਾਹਮਣੇ ਆ ਕਿ ਇੱਕ ਪਾਸੇ ਤਸਵੀਰਾਂ ਲਗਾਉਂਦੇ ਹੋ ਤੇ ਦੂਜੇ ਪਾਸੇ ਉਹਨਾਂ ਦੀ ਸਪਿਰਿਟ ਨੂੰ ਕਿਵੇਂ ਡਿਫਾਈਨ ਕਰਦੇ ਹੋ ਇਹ ਵੀ ਸਾਹਮਣੇ ਜਗ ਜ਼ਾਹਰ ਹੋ ਚੁੱਕਾ। ਔਰ ਨਾਲ ਦੀ ਇਹ ਵੀ ਕਿਹਾ ਕਿ ਇਹਨਾਂ ਨੇ ਜ਼ਿਕਰ ਕੀਤਾ ਜਿਹੜਾ ਚਿੱਠੀ ਦੇ ਵਿੱਚ ਕਿ ਬਹੁਤ ਸਾਰੀਆਂ ਚਿੱਠੀਆਂ ਦਾ ਜਵਾਬ ਮੰਗਿਆ ਗਿਆ, ਤੁਸੀਂ ਕੋਈ ਜਵਾਬ ਨਹੀਂ ਦਿੱਤਾ, ਲੇਕਿਨ ਇੱਕ ਹੋਰ ਤੁਹਾਡੇ ਧਿਆਨ ਦੇ ਵਿੱਚ 24 ਸਤੰਬਰ 2022 ਨੂੰ ਇੱਕ ਚਿੱਠੀ ਲਿਖੀ ਗਈ ਸੀ ਰਾਜ ਭਵਨ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਮੇਰੇ ਕਹਿਣ ਤੇ ਤੁਹਾਡੇ ਮੁੱਖ ਮੰਤਰੀ ਨੂੰ ਕਿ ਜਿਹੜੀਆਂ ਆਟਾ ਦਾਲ ਨੂੰ ਲੈ ਕੇ ਜਿਹੜੀ ਡੋਰ ਸਟੈਪ ਤੇ ਤੁਸੀਂ ਆਟਾ ਦਾਲ ਵੰਡਣ ਦੀਆਂ ਐਲਾਨ ਕੀਤਾ ਸੀ ਤੇ ਜਿਸ ਕਰਕੇ ਜਿਹੜੇ ਬਾਕੀ ਜਿਹੜੇ ਡੀਪੂ ਹੋਲਡਰ ਨੇ ਜਾਂ ਹੋਰ ਜਿਹੜੇ ਸਕੀਮ ਦੇ ਵਿੱਚ ਖਦਸ਼ੇ ਜ਼ਾਹਰ ਕੀਤੇ ਗਏ ਸੀ ਉਹਨੂੰ ਲੈ ਕੇ ਤੁਹਾਡੇ ਕੋਲ ਜਵਾਬ ਮੰਗੇ ਗਏ ਸੀ, ਲੇਕਿਨ ਤੁਸੀਂ ਉਸ ਦਾ ਜਵਾਬ ਨਹੀਂ ਦਿੱਤਾ ਹੈਗਾ। ਔਰ ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਕਿ ਤੁਹਾਡੀ ਸਰਕਾਰ ਤੁਸੀਂ ਸੁਪਰੀਮ ਕੋਰਟ ਗਏ ਸੀ ਤੇ ਸੁਪਰੀਮ ਕੋਰਟ ਨੇ ਜਿਹੜਾ ਇਹ ਵੀ ਜ਼ਿਕਰ ਕੀਤਾ ਸੀ ਸੰਵਿਧਾਨ ਦੇ ਆਰਟੀਕਲ 147 ਦੇ ਤਹਿਤ ਕਿ ਗਵਰਨਰ ਦੀ ਕੀ ਮਹੱਤਤਾ ਹੈਗੀ ਆ ਔਰ ਗਵਰਨਰ ਜੇ ਸਰਕਾਰ ਕੋਲ ਸੂਬਾ ਸਰਕਾਰ ਕੋਲ ਕੁਝ ਵੀ ਜਾਣਕਾਰੀ ਲੈਂਦੇ ਨੇ
ਤੇ ਸਰਕਾਰ ਦੀ ਇਹ ਵਚਨਬੱਧਤਾ ਹੁੰਦੀ ਕਿ ਉਹਨਾਂ ਦਾ ਜਵਾਬ ਦੇਵੇ। ਔਰ ਉਹਨਾਂ ਨੇ ਗਵਰਨਰ ਦੀ ਡਿਊਟੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੰਵਿਧਾਨ ਦੇ ਆਰਟੀਕਲ 147 ਦਾ ਹਵਾਲਾ ਵੀ ਦਿੱਤਾ ਸੀ। ਪਰ ਹਾਲੇ ਤੱਕ ਤੁਸੀਂ ਕੋਈ ਵੀ ਜਿਹੜਾ ਗਵਰਨਰ ਦੀ ਮਰਿਆਦਾ ਜਾਂ ਗਵਰਨਰ ਵੱਲੋਂ ਲਿਖੇ ਜਾਂ ਜਾਣਕਾਰੀ ਮੰਗੀ ਉਹਦਾ ਤੁਸੀਂ ਜ਼ਿਕਰ ਨਹੀਂ ਕਰਦੇ ਹੈਗੇ, ਜਵਾਬ ਨਹੀਂ ਦੇ ਰਹੇ ਹੈਗੇ। ਔਰ ਇੱਕ ਪਾਸੇ ਤੁਸੀਂ ਆਪਣੇ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਦੀਆਂ ਤਸਵੀਰਾਂ ਲਾ ਕੇ ਲੋਕਾਂ 'ਚ ਪ੍ਰਭਾਵ ਛੱਡਣ ਦੀ ਗੱਲ ਕਰ ਰਹੇ ਹੋ ਕਿ ਅਸੀਂ ਉਹਨਾਂ ਦੀ ਭਾਵਨਾਵਾਂ ਦੀਆਂ ਬਹੁਤ ਕਦਰ ਕਰਦੇ ਹੋ, ਲੇਕਿਨ ਦੂਜੇ ਪਾਸੇ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਉਸੇ ਸੰਵਿਧਾਨ ਦੇ ਹੀ ਆਰਟੀਕਲ 147 ਦੇ ਵਿੱਚ ਗਵਰਨਰ ਦੀਆਂ ਕੰਮਕਾਜ ਨਿਰਧਾਰਤ ਕੀਤੇ ਗਏ ਨੇ ਤੇ ਉਹਦਾ ਵੀ ਤੁਸੀਂ ਉਲੰਘਣ ਕਰ ਰਹੇ ਹੋ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈਗਾ ਕਿ ਇਸ ਮਸਲੇ ਦੇ ਵਿੱਚ ਤੁਸੀਂ ਆਪਣੇ ਇੱਕ ਭਾਸ਼ਣ ਦੇ ਵਿੱਚ ਮੇਰੇ ਪ੍ਰਤੀ ਮੈਨੂੰ ਵਿਹਲਾ ਕਿਹਾ ਸੀ। ਉਹਨਾਂ ਨੇ ਬਾਕੀ ਸਾਰੀ ਸ਼ਬਦ ਅੰਗਰੇਜ਼ੀ ਭਾਸ਼ਾ 'ਚ, ਲੇਕਿਨ ਜਿਹੜਾ ਵਿਹਲਾ ਸ਼ਬਦ ਆ ਉਹਦੇ 'ਚ ਉਹਨਾਂ ਨੇ ਪੰਜਾਬੀ 'ਚ ਲਿਖਿਆ ਹੈਗਾ। ਉਹ ਇੱਕ ਡੈਰੋਗੇਟਰੀ, ਇੱਕ ਗਾਲ ਕੱਢਣ ਦੇ ਬਰਾਬਰ ਆ ਇੱਕ ਗਵਰਨਰ ਦੇ ਪ੍ਰਤੀ। ਔਰ ਇਹ ਬਹੁਤਾ ਹੀ ਮੰਦਭਾਗਾ ਹੈਗਾ ਕਿ ਇੱਕ ਸੰਵਿਧਾਨ 'ਤੇ ਬੈਠੇ ਹੋਏ ਵਿਅਕਤੀ ਵੱਲੋਂ ਦੂਜੇ ਬੰਦਾ ਬੈਠਾ ਜਿਹੜਾ ਉਹ ਵੀ ਸੰਵਿਧਾਨ ਦੇ ਜ਼ਰੀਏ ਤੇ ਤੁਸੀਂ ਉਹਨਾਂ ਦੇ ਪ੍ਰਤੀ ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਹੋ, ਇਹ ਵੀ ਗਲਤ ਆ, ਨਜਾਇਜ਼ ਆ। ਨਾਲ ਦੀ ਨਾਲ ਉਹਨਾਂ ਨੇ ਜਿਹੜੀ ਚਿੱਠੀ ਦਾ ਜ਼ਿਕਰ ਕੀਤਾ ਹੈਗਾ ਕਿ 23 ਸਤੰਬਰ 2022 ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੇਰੇ ਧਿਆਨ ਦੇ ਵਿੱਚ ਮਸਲਾ ਲਿਆਂਦਾ ਗਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਘਰਾਂ ਦੇ ਵਿੱਚ ਫ੍ਰੀ ਜਿਹੜਾ ਡੋਰ ਟੂ ਡੋਰ ਆਟਾ ਵੰਡਣ ਦੀ ਸਕੀਮ ਦੀ ਤਿਆਰੀ ਆ, ਪਰ ਉਹਦੇ 'ਚ ਉਹਨਾਂ ਨੂੰ ਕੁਝ ਖਦਸ਼ੇ ਲੱਗੇ ਜਿਹੜੇ ਮੈਂ ਤੁਹਾਡੇ ਕੋਲੋਂ ਜਵਾਬ ਮੰਗੇ ਸੀ ਥਰੂ ਮੇਰੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਚਿੱਠੀ ਲਿਖੀ ਸੀ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੂੰ। ਜਿਹੜੀ ਚਿੱਠੀ ਦਾ ਵੀ ਉਹਨਾਂ ਜ਼ਿਕਰ ਕੀਤਾ ਹੈਗਾ। 23 ਸਤੰਬਰ ਨੂੰ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਚਿੱਠੀ ਲਿਖੀ ਸੀ ਰਾਜਪਾਲ ਨੂੰ ਤੇ 24 ਸਤੰਬਰ ਨੂੰ ਪੰਜਾਬ ਰਾਜ ਭਵਨ ਵੱਲੋਂ ਮੁੱਖ ਸਕੱਤਰ ਨੂੰ ਵਿਜੇ ਕੁਮਾਰ ਜੰਜੂਆ ਨੂੰ 24 ਸਤੰਬਰ ਨੂੰ ਚਿੱਠੀ ਲਿਖੀ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ, ਇਹਦੇ 'ਚ 3-4 ਨੁਕਤੇ ਠਾਏ ਸੀ, ਜਿਹਦੇ 'ਚ ਕਿ ਅਗਰ ਇਹ ਘਰ ਘਰ ਆਟਾ ਵੰਡਣ ਦੀ ਸਰਕਾਰ ਵੰਡੇਗੀ ਤੇ ਇਹਦੇ ਨਾਲ ਜਿਹੜੀਆਂ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਣਗੇ। ਜਿਹੜੇ ਛੋਟੀਆਂ ਜਿਹੜੇ ਚੱਕੀਆਂ ਨੇ ਪਿੰਡਾਂ ਦੇ ਵਿੱਚ ਉਹਨਾਂ 'ਤੇ ਅਸਰ ਪਏਗਾ, ਡੀਪੂ ਹੋਲਡਰਾਂ 'ਤੇ ਅਸਰ ਪਏਗਾ ਔਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਵੀ ਅਸਰ ਪਏਗਾ। ਦੂਜਾ ਇਹਦੇ ਨਾਲ ਹੈ ਕਿ ਸਰਕਾਰ ਦੀ ਸਕੀਮ ਦੇ ਨਾਲ ਵੱਡੇ ਜਿਹੜੀਆਂ ਆਟਾ ਮਿੱਲਾਂ ਖੁੱਲ੍ਹ ਜਾਣਗੀਆਂ ਤੇ ਛੋਟਿਆਂ ਦਾ ਜਿਹੜੇ ਕਾਰੋਬਾਰ ਉਹ ਬੰਦ ਹੋ ਜਾਏਗੀ। ਔਰ ਜਦੋਂ ਵੱਡੇ ਹੋਣਗੇ ਤੇ ਕੁਆਲਿਟੀ ਵੀ ਮਾੜੀ ਇਹਦੇ 'ਚ ਸਾਬਤ ਹੋਏਗੀ। ਇਹ ਵੀ ਉਹਨਾਂ ਨੇ ਜ਼ਿਕਰ ਖਦਸ਼ਾ ਜ਼ਾਹਰ ਕੀਤਾ ਹੈ। ਔਰ ਇਹ ਵੀ ਕਿਹਾ ਸੀ ਕਿ ਇਹਦੇ ਨਾਲ ਜਿਹੜੀ ਹੋਏਗਾ ਮੈਦਾ, ਸੂਜੀ ਜਾਂ ਜਿਹੜੇ ਹੋਰ ਆਟੇ ਤੋਂ ਜਿਹੜੀਆਂ ਬਣਦੇ ਹੈਗੇ ਨੇ ਵਸਤੂਆਂ ਬਣਦੇ ਨੇ ਉਹਦੀ ਵੀ ਜਿਹੜੀ ਮਾਰਕੀਟ ਦੇ ਵਿੱਚ ਕੀਮਤਾਂ ਵੱਧ ਸਕਦੀਆਂ, ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਹੈਗੀ। ਔਰ ਨਾਲ ਦੀ ਨਾਲ ਕਿਹਾ ਸੀ ਕਿ ਕਰਪਸ਼ਨ ਦੇ ਵੀ ਚਾਂਸ ਆ ਵਧਣ ਦੇ। ਤੇ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੇ ਤਰਫੋਂ ਉਹਨਾਂ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਤੁਹਾਡੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਗਈ, ਲੇਕਿਨ ਉਸ ਚਿੱਠੀ ਦਾ ਵੀ ਜਵਾਬ ਨਹੀਂ ਆ। ਲੇਕਿਨ ਹੁਣ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ, ਇਸ ਤੇ ਦੇਖਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਕੀ ਟਿੱਪਣੀ ਦਿੰਦੇ ਜਾਂ ਪੰਜਾਬ ਸਰਕਾਰ ਦਿੰਦੀ। ਲੇਕਿਨ ਲਗਾਤਾਰ 18 ਮਹੀਨਿਆਂ ਤੋਂ ਪੰਜਾਬ ਦੇ ਰਾਜਪਾਲ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਚਕਾਰ ਅਧਿਕਾਰਾਂ ਨੂੰ ਲੈ ਕੇ, ਹੱਕਾਂ ਨੂੰ ਲੈ ਕੇ, ਹਿੱਤਾਂ ਨੂੰ ਲੈ ਕੇ, ਮਰਿਆਦਾ ਨੂੰ ਲੈ ਕੇ ਟਿੱਪਣੀਆਂ ਜਿਹੜੀਆਂ ਹੋ ਰਹੀਆਂ ਨੇ, ਲਾਜ਼ਮੀ ਤੌਰ ਤੇ ਉਹਦੇ ਨਾਲ ਪੰਜਾਬ ਦਾ ਨੁਕਸਾਨ ਹੋਏਗਾ। ਔਰ ਜਿਹੜਾ ਵਿਹਲਾ ਸ਼ਬਦ ਤੇ ਪੰਜਾਬ ਦੇ ਰਾਜਪਾਲ ਨੂੰ ਇਤਰਾਜ਼ ਆ ਕਿ ਇਹ ਮੁੱਖ ਮੰਤਰੀ ਨੇ ਉਹਨਾਂ ਪ੍ਰਤੀ ਕਿਉਂ ਬੋਲਿਆ ਹੈਗਾ, ਇੱਕ ਡੈਰੋਗੇਟਰੀ ਸ਼ਬਦ ਹੈਗਾ ਜਿਹੜੀ ਭਾਸ਼ਾ 'ਚ ਇਸਤੇਮਾਲ ਕੀਤਾ ਗਿਆ, ਉਹ ਸਰਾਸਰ ਗਲਤ ਆ। ਔਰ ਦੂਜਾ ਰਾਜਪਾਲ ਵੱਲੋਂ ਪਹਿਲਾਂ ਵੀ ਕਈ ਵਾਰ ਕਿਹਾ ਜਾ ਚੁੱਕਾ ਪ੍ਰੈਸ ਕਾਨਫਰੰਸ ਦੇ ਜ਼ਰੀਏ ਕਿ ਮੇਰੇ ਵੱਲੋਂ ਲਿਖੀਆਂ ਹੋਈਆਂ ਚਿੱਠੀਆਂ ਨੂੰ ਲਵ ਲੈਟਰ ਕਿਹਾ ਜਾਂਦਾ, ਉਹ ਵੀ ਮਾੜੀ ਗੱਲ ਆ। ਹੁਣ ਜਿਹੜਾ ਉਹਨਾਂ ਨੇ ਕਿਹਾ ਕਿ ਤੁਸੀਂ ਜਿਸ ਬਾਬਾ ਸਾਹਿਬ ਦੀ ਗੱਲ ਕਰਦੇ ਜਿਹੜੇ ਸੰਵਿਧਾਨ ਦੇ ਨਿਰਮਾਤਾ, ਉਹਨਾਂ ਨੇ ਹੀ ਸੰਵਿਧਾਨ ਦੇ ਵਿੱਚ ਆਰਟੀਕਲ 147 ਨੂੰ ਡਿਫਾਈਨਡ ਕੀਤਾ, ਗਵਰਨਰ ਦੇ ਅਧਿਕਾਰ ਕੀ ਨੇ, ਹਿੱਤ ਕੀ ਨੇ, ਉਹਨਾਂ ਦੀਆਂ ਸ਼ਕਤੀਆਂ ਕੀ ਨੇ, ਪਰ ਤੁਸੀਂ ਉਹਨਾਂ ਦਾ ਵੀ ਉਲੰਘਣ ਕਰ ਰਹੇ ਹੋ। ਤੇ ਦੂਜੇ ਪਾਸੇ ਤੁਸੀਂ ਦਫ਼ਤਰਾਂ ਦੇ ਵਿੱਚ ਤਸਵੀਰਾਂ ਲਾ ਕੇ ਆਮ ਲੋਕਾਂ ਨੂੰ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਬਾਬਾ ਸਾਹਿਬ ਦੇ ਪ੍ਰਤੀ ਬੜੇ ਉਹਨਾਂ ਨੂੰ ਪੂਜਦੇ ਹਾਂ, ਲੇਕਿਨ ਦੂਜੇ ਪਾਸੇ ਤੁਸੀਂ ਉਹਨਾਂ ਦੀ ਜਿਹੜੇ ਭਾਵਨਾਵਾਂ ਉਹਨਾਂ ਨੂੰ ਵੀ ਜਿਹੜੇ ਸੰਵਿਧਾਨ ਦੇ ਵਿੱਚ ਬੜੇ ਕਲੀਅਰ ਸਪਸ਼ਟ
ਅਧਿਕਾਰ ਦਿੱਤੇ ਹੋਏ ਨੇ ਗਵਰਨਰ ਨੂੰ, ਉਹਦੀ ਵੀ ਉਲੰਘਣਾ ਕਰ ਰਹੇ। ਔਰ ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਜਿਹੜਾ ਕਿਹਾ ਸੀ ਕਿ ਗਵਰਨਰ ਸੂਬਾ ਸਰਕਾਰ ਕੋਲੋਂ ਜੋ ਵੀ ਜਾਣਕਾਰੀ ਲੈਣੀ ਚਾਹੁੰਦੇ ਨੇ ਉਸ ਰਾਜਪਾਲ ਨੂੰ ਦੇਣੀ ਪੈਂਦੀ ਹੈ ਸਰਕਾਰ ਨੂੰ। ਲੇਕਿਨ ਮੇਰੇ ਵੱਲੋਂ ਬਹੁਤ ਸਾਰੀਆਂ ਚਿੱਠੀਆਂ ਲਿਖ ਕੇ ਜਾਣਕਾਰੀ ਮੰਗੀ ਗਈ ਸੀ, ਤੁਸੀਂ ਇੱਕ ਵੀ ਚਿੱਠੀ ਦਾ ਜਵਾਬ। ਹਰਿਆਣਾ ਦੇ ਜ਼ਿਲ੍ਹਾ ਨੂੰਹ ਵਿਖੇ ਵਿਸ਼ਵ ਹਿੰਦੂ ਪਰਿਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਸੋਮਵਾਰ ਨੂੰ ਹੋਈ ਹਿੰਸਾ ਤੇ ਬਵਾਲ ਤੋਂ ਬਾਅਦ ਮੰਗਲਵਾਰ ਨੂੰ ਵੀ ਜਿਹੜਾ ਤਣਾਅ ਆ ਉਹ ਬਰਕਰਾਰ ਰਿਹਾ ਹੈਗਾ। ਔਰ ਨੂੰਹ ਵਿੱਚ 2 ਅਗਸਤ ਤੱਕ ਕਰਫਿਊ ਲਗਾ ਦਿੱਤਾ ਗਿਆ ਔਰ ਇਲਾਕੇ ਵਿੱਚ ਪੈਰਾਮਿਲਟਰੀ ਦੀਆਂ 13 ਕੰਪਨੀਆਂ ਵੀ ਤੈਨਾਤ ਕੀਤੀਆਂ ਗਈਆਂ ਨੇ। ਹਿੰਸਾ ਨੂੰ ਮਵਾਦ ਤੋਂ ਬਾਅਦ ਗੁਰੂਗ੍ਰਾਮ ਤੱਕ ਵੀ ਫੈਲ ਗਈ, ਜਿਸ ਨੂੰ ਦੇਖਦੇ ਹੋਏ ਇਹਨਾਂ 2 ਜ਼ਿਲ੍ਹਿਆਂ ਦੇ ਨਾਲ ਰਵਾੜੀ, ਪਲਵਲ, ਫਰੀਦਾਬਾਦ, ਸੋਨੀਪਤ ਸਮੇਤ 6 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਔਰ ਨੂੰਹ ਵਿਖੇ 2 ਅਗਸਤ ਤੱਕ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ। ਨੂੰਹ, ਫਰੀਦਾਬਾਦ, ਗੁਰੂਗ੍ਰਾਮ ਅਤੇ ਪਲਵਲ ਵਿੱਚ ਮੰਗਲਵਾਰ ਯਾਨੀ 1 ਅਗਸਤ ਨੂੰ ਅੱਜ ਸਾਰੇ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਬੰਦ ਕੀਤੇ ਗਏ ਸੀ। ਨੂੰਹ ਵਿੱਚ 10ਵੀਂ 12ਵੀਂ ਦੀ 1 ਅਤੇ 2 ਅਗਸਤ ਨੂੰ ਹੋਣ ਵਾਲੀਆਂ ਜਿਹੜੀਆਂ ਪ੍ਰੀਖਿਆ ਵੀ ਆ ਬੋਰਡ ਦੀਆਂ ਉਹ ਵੀ ਰੱਦ ਕਰ ਦਿੱਤੀਆਂ ਗਈਆਂ। ਪਲਵਲ ਵਿੱਚ ਹੋਟਲ ਦੇ ਮੇਨ ਬਾਜ਼ਾਰ ਵਿੱਚ ਦੇ ਨੇੜੇ ਗਾਂਧੀ ਚੌਂਕ ਤੇ ਕੱਪੜੇ ਦੀ ਦੁਕਾਨ ਤੇ ਸਿਲਾਈ ਦੀ ਮਸ਼ੀਨ ਦੀ ਦੁਕਾਨ ਨੂੰ ਤਾਲੇ ਤੋੜ ਕੇ 15-20 ਅਣਪਛਾਤੇ ਵਿਅਕਤੀਆਂ ਨੇ ਤੋੜ-ਫੋੜ ਅਤੇ ਲੁੱਟ-ਪੱਟ ਵੀ ਕੀਤੀ ਗਈ। ਇਸ ਤੋਂ ਬਾਅਦ 50-60 ਲੋਕਾਂ ਦੀ ਭੀੜ ਨੇ ਪਰਸ਼ੂਰਾਮ ਕਲੋਨੀ ਦੀ ਲਗਭਗ 25-30 ਝੌਂਪੜੀਆਂ ਵਿੱਚ ਵੀ ਅੱਗ ਲਗਾ ਦਿੱਤੀ ਆ। ਔਰ ਇਹਨਾਂ ਲੋਕਾਂ ਵੱਲੋਂ ਇੱਥੋਂ ਤੱਕ ਹੀ ਨਹੀਂ ਰੁਕਿਆ ਹੈਗੇ, ਦੁਪਹਿਰ ਬਾਅਦ ਇੱਕ ਕਬਾੜ ਦੀ ਦੁਕਾਨ ਨੂੰ ਵੀ ਅੱਗ ਲਗਾ ਦਿੱਤੀ ਆ ਅਤੇ ਹੋਟਲ 'ਚ ਸਮਾਨ ਨਾਲ ਭਰੇ 4 ਟਰੱਕਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਹੈ। ਪੁਨਹਾਣਾ ਰੋਡ ਤੇ ਬਣੀ ਪਾਰਕਿੰਗ ਵਿੱਚ ਖੜੇ 4 ਬੰਦ ਬੋਡੀ ਦੇ ਕੰਟੇਨਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਿੰਸਾ ਤੇ ਕਿਹਾ ਕਿ ਇਹ ਯਾਤਰਾ ਹਰ ਸਾਲ ਨਿਕਲਦੀ ਹੈ, ਪਰ ਕੁਝ ਲੋਕਾਂ ਨੇ ਸਾਜ਼ਿਸ਼ ਕਰਕੇ ਹਮਲਾ ਕੀਤਾ ਹੈਗਾ। ਔਰ ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਏਗਾ। ਉੱਧਰ ਉਹਨਾਂ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਨੀਲ ਵਜਤ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਕੀਤੀ ਹੈ। ਨੂੰਹ ਵਿੱਚ ਸੋਮਵਾਰ ਨੂੰ ਵਿਸ਼ਵ ਹਿੰਦੂ ਪਰਿਸ਼ਦ ਦੀ ਬ੍ਰਜ ਮੰਡਲ ਯਾਤਰਾ ਦੇ ਸਮੁਦਾਇ ਦੇ ਵਿਸ਼ੇਸ਼ ਲੋਕਾਂ ਨੇ ਪਤਰਾ ਕੀਤਾ। ਇਸ ਤੋਂ ਬਾਅਦ ਹਿੰਸਾ ਭੜਕੀ ਤੇ ਦੋਨਾਂ ਧਿਰਾਂ ਦੇ ਵਿੱਚ ਪੱਥਰਬਾਜ਼ੀ ਤੇ ਫਾਇਰਿੰਗ ਹੋਈ। ਇਸ ਦੌਰਾਨ ਗੁੜਗਾਉਂ ਦੇ ਹੋਮਗਾਰਡ ਨੀਰਜ ਅਤੇ ਗੁਰਸੇਵਕ ਸਮੇਤ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 50 ਤੋਂ ਜ਼ਿਆਦਾ ਪੁਲਿਸ ਕਰਮਚਾਰੀ, ਅਧਿਕਾਰੀ ਅਤੇ ਹੋਰ ਲੋਕ ਜ਼ਖਮੀ ਹੋਏ ਨੇ। ਇਸ ਤੋਂ ਹਰਿਆਣਾ ਦੀ ਹਿੰਸਾ ਦਾ ਅਸਰ ਗਵਾਂਢੀ ਸੂਬਿਆਂ ਵਿੱਚ ਵੀ ਪੈਣਾ ਸ਼ੁਰੂ ਹੋ ਚੁੱਕਾ ਹੈ। ਰਾਜਸਥਾਨ ਦੇ ਭਰਤਪੁਰ 'ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਔਰ 4 ਇਲਾਕਿਆਂ ਦੇ ਵਿੱਚ ਵੀ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇਸੇ ਤਰ੍ਹਾਂ ਯੂਪੀ ਦੇ ਨਾਲ ਲੱਗਣ ਵਾਲੇ ਹਰਿਆਣਾ ਦੇ ਕਈ ਏਰੀਏ ਤੋਂ ਬਾਅਦ ਹੁਣ ਯੂਪੀ ਦੇ ਮੇਰਠ, ਅਲੀਗੜ੍ਹ, ਮੁਜ਼ੱਫਰਨਗਰ ਸਮੇਤ ਵੀ ਉਹ ਯੂਪੀ ਦੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ। ਹੁੜਦੁੰਗ ਬਚਾਉਣ ਵਾਲੇ ਲੋਕਾਂ ਨੇ ਰੋਡ ਤੇ 3 ਕਿਲੋਮੀਟਰ ਤੱਕ ਜੋ ਵੀ ਉਹਨਾਂ ਨੂੰ ਸਾਧਨ ਦੇਖੇ ਉਹਨਾਂ ਨੂੰ ਅੱਗ ਲਗਾ ਦਿੱਤੀ। ਇਸ ਤੋਂ ਬਾਅਦ 50 ਤੋਂ ਵੱਧ ਲੋਕਾਂ ਨੇ ਇੱਕ ਬੱਸ ਨਾਲ ਟੱਕਰ ਮਾਰ ਕੇ ਸਾਈਬਰ ਥਾਣੇ ਦੀ ਦੀਵਾਰ ਤੋੜ ਦਿੱਤੀ ਗਈ। ਉੱਥੇ ਖੜੀ ਡਾਇਲ 112 ਦੀਆਂ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ ਗਈ। ਥਾਣੇ ਵਿੱਚ ਘੁਸ ਕੇ ਅੰਦਰ ਫਰਨੀਚਰ ਤੋੜੇ ਗਏ ਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਕੁਝ ਜਗ੍ਹਾ ਤੇ ਦੁਕਾਨਾਂ ਦੀ ਵੀ ਲੁੱਟ ਸੁੱਟ ਕੀਤੀ ਗਈ ਹੈ ਔਰ ਬਾਅਦ 'ਚ ਅੱਗ ਲਗਾ ਦਿੱਤੀ ਗਈ ਹੈ। ਹੀਰੋ ਬਾਈਕ ਦੇ ਸ਼ੋਰੂਮ ਤੋਂ 200 ਮੋਟਰਸਾਈਕਲ ਚੋਰੀ ਕਰ ਦਿੱਤੇ ਗਏ ਤੇ ਸ਼ੋਰੂਮ ਵਿੱਚ ਤੋੜਫੋੜ ਕਰਕੇ ਕਰਮਚਾਰੀਆਂ ਨੂੰ ਵੀ ਕੁੱਟਿਆ ਮਾਰਿਆ ਗਿਆ ਹੈਗਾ। ਹੁਣ ਤੱਕ ਹਰਿਆਣਾ ਹਿੰਸਾ ਨਾਲ ਜੁੜੇ ਅਪਡੇਟ ਆ। ਹਿੰਸਾ ਦੇ ਮਾਮਲੇ 'ਚ ਪੁਲਿਸ ਦੇ ਕਰੀਬ 120 FIR ਦਰਜ ਕੀਤੇ ਨੇ। ਇਕੱਲੇ ਨੂੰਹ ਜ਼ਿਲ੍ਹੇ ਵਿੱਚ ਹੀ 111 ਮੁਕੱਦਮੇ ਦਰਜ ਕੀਤੇ ਗਏ ਨੇ। ਨੂੰਹ ਵਿੱਚ ਰਵਾੜੀ, ਗੁੜਗਾਉਂ, ਪਲਵਲ ਤੋਂ ਵੀ ਵਾਧੂ ਜਿਹੜੇ ਫੋਰਸ ਉਹ ਭੇਜੀ ਗਈ। ਪੂਰੇ ਦੇਸ਼ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮਾਮਲੇ ਦੀ ਰਿਪੋਰਟ ਹਰਿਆਣਾ ਸਰਕਾਰ ਤੋਂ ਮੰਗੀ ਹੈ। ਸੂਬੇ ਦੇ DGP PK ਅਗਰਵਾਲ ਅਤੇ CID ਚੀਫ ਅਲੋਕ ਮਿੱਤਲ ਵੀ ਉਹਨਾਂ ਨੇ ਵੀ ਇਸ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ। ਗ੍ਰਹਿ ਮੰਤਰੀ ਨੀਲ ਵਿਜ ਨੇ ਕਿਹਾ ਕਿ ਸ਼ਾਂਤੀ ਬਹਾਲੀ ਤੋਂ ਬਾਅਦ ਉਹਨਾਂ ਕਿਹਾ ਕਿ ਪੂਰਾ ਇਹ ਬੁਲੰਕਲ ਕੀਤਾ ਜਾਊਗਾ, ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਔਰ ਦੇਖਿਆ ਜਾਵੇਗਾ ਕਿ ਜਿਨ੍ਹਾਂ ਲੋਕਾਂ ਦੀ ਸਾਜ਼ਿਸ਼ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਅਗਰ ਲੋੜ ਪਈ ਤੇ 에ਅਰਫੋਰਸ ਦੀ ਵੀ ਮਦਦ ਲਈ ਜਾਏਗੀ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਘਟਨਾ ਬਹੁਤ ਹੀ ਨਿੰਦਾਯੋਗ ਹੈ। ਉਹਨਾਂ ਨੇ ਸੂਬੇ ਦੇ ਸਾਰੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਔਰ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ, ਸੋ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਹਰਿਆਣਾ ਦੀ ਹਿੰਸਾ ਤੋਂ ਬਾਅਦ ਰਾਜਸਥਾਨ ਦੇ ਭਰਤਪੁਰ ਦੀਆਂ 4 ਤਹਿਸੀਲਾਂ 'ਚ ਵੀ ਇੰਟਰਨੈੱਟ ਬੰਦ ਕਰ ਦਿੱਤਾ ਗਿਆ, ਜਦਕਿ ਗੁਰੂਗ੍ਰਾਮ ਦੇ ਸੋਹਣਾ, ਪਟੋਦੀ ਅਤੇ ਮਾਨੇਸਰ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ। ਕੱਲ੍ਹ ਸ਼ਾਮ 6 ਵਜੇ ਤੱਕ ਅੰਬੇਡਕਰ ਚੌਂਕ ਤੋਂ ਕਰੀਬ 250 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੇ 5 ਗੱਡੀਆਂ, ਇੱਕ ਆਟੋ, ਇੱਕ ਦੁਕਾਨ ਅਤੇ 4 ਖੋਖਿਆਂ ਨੂੰ ਅੱਗ ਲਗਾ ਦਿੱਤੀ ਸੀ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਜਾਣਕਾਰੀ ਦਿੱਤੀ ਕਿ ਹੜ੍ਹਾਂ ਕਾਰਨ ਪ੍ਰਭਾਵਿਤ ਹੋਈਆਂ ਪਿੰਡ ਦੀਆਂ 97% ਜਲ ਸਪਲਾਈ ਸਕੀਮਾਂ ਦੀ ਮੁਰੰਮਤ ਕਰ ਦਿੱਤੀ ਗਈ। ਉਹਨਾਂ ਦੱਸਿਆ ਕਿ ਹੜ੍ਹ ਕਾਰਨ ਦੱਖਣੀ ਉੱਤਰੀ ਅਤੇ ਕੇਂਦਰੀ ਜ਼ੋਨ ਦੀਆਂ 369 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਸਨ ਅਤੇ ਇਹਨਾਂ ਵਿੱਚੋਂ 360 ਸਕੀਮਾਂ ਦੀ ਮੁਰੰਮਤ ਹੋ ਗਈ ਆ। ਸਿਰਫ 9 ਸਕੀਮਾਂ ਬਾਕੀ ਹਨ ਜਿਹੜੀਆਂ ਵੀ ਜਲਦੀ ਚਾਲੂ ਕਰ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੁਲਾਈ ਦੇ ਦੂਜੇ ਹਫ਼ਤੇ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਲਈ 10 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਸਨ ਅਤੇ ਨਿਰਦੇਸ਼ ਦਿੱਤੇ ਸਨ ਕਿ ਪ੍ਰਭਾਵਿਤ ਲੋਕਾਂ ਤੱਕ ਹਰ ਹਾਲ ਵਿੱਚ ਸਾਫ਼ ਪੀਣ ਯੋਗ ਪਾਣੀ ਪੁੱਜਦਾ ਕੀਤਾ ਜਾਵੇ। ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਫੀਲਡ ਸਟਾਫ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਹੜ੍ਹ ਪ੍ਰਭਾਵਿਤ ਪੇਂਡੂ ਖੇਤਰਾਂ 'ਚ ਪੀਣ ਵਾਲੇ ਸਾਫ਼ ਪਾਣੀ ਦੀ ਕੋਈ ਵੀ ਕਿੱਲਤ ਨਾ ਆਉਣ ਦਿੱਤੀ ਜਾਵੇ। ਕਾਬਲੇ ਗੌਰ ਹੈ ਕਿ ਜਿਹੜੀਆਂ ਜਲ ਸਪਲਾਈ ਸਕੀਮਾਂ ਹੜ੍ਹ ਕਾਰਨ ਪ੍ਰਭਾਵਿਤ ਹੋਈਆਂ ਸਨ ਉਹਨਾਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਦੀਆਂ ਹਦਾਇਤਾਂ ਤੇ ਬਦਲਵੇਂ ਪ੍ਰਬੰਧਾਂ ਰਾਹੀਂ ਸਾਫ਼ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਗਿਆ ਸੀ ਅਤੇ ਜਿਨ੍ਹਾਂ ਇਲਾਕਿਆਂ ਵਿੱਚ ਪਾਈਪਾਂ ਰਾਹੀਂ ਪਾਣੀ ਨਹੀਂ ਪੁੱਜ ਸਕਦਾ ਸੀ ਉੱਥੇ ਲੋੜੀਂਦਾ ਮਾਤਰਾ ਵਿੱਚ ਪਾਣੀ ਦੇ ਟੈਂਕਰ ਭੇਜੇ ਗਏ ਸਨ। ਸੂਬੇ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਹੁਸ਼ਿਆਰਪੁਰ 'ਚ ਬਣਨ ਵਾਲੇ ਨਵੇਂ ਮੈਡੀਕਲ ਕਾਲਜ ਸੰਬੰਧੀ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ। ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ 'ਚ ਬਣਨ ਵਾਲੇ ਨਵੇਂ ਮੈਡੀਕਲ ਕਾਲਜ ਤੇ ਹਸਪਤਾਲ ਦੀ ਇਮਾਰਤ ਦੇ ਨਿਰਮਾਣ ਲਈ ਟੈਂਡਰ ਪ੍ਰਕਿਰਿਆ ਤੇਜ਼ੀ ਕੀਤੀ ਜਾਵੇ। ਜ਼ਿਕਰਯੋਗ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਨਾਮ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਰੱਖਣ ਦਾ ਐਲਾਨ ਕੀਤਾ ਸੀ। ਜਿੰਪਾ ਨੇ ਕਿਹਾ ਕਿ ਇਸ ਕਾਲਜ ਨਾਲ ਸਿਰਫ ਦੁਆਬਾ ਖੇਤਰ ਦੀ ਨੁਹਾਰ ਹੀ ਨਹੀਂ ਬਦਲੇਗੀ ਸਗੋਂ ਹੁਸ਼ਿਆਰਪੁਰ ਲਈ ਤਰੱਕੀ ਦੇ ਨਵੇਂ ਮੀਲ ਪੱਥਰ ਸਾਬਤ ਕਰੇਗਾ। ਕਾਬਲੇ ਗੌਰ ਹੈ ਕਿ ਬ੍ਰਹਮ ਸ਼ੰਕਰ ਜਿੰਪਾ ਹੁਸ਼ਿਆਰਪੁਰ ਤੋਂ ਵਿਧਾਇਕ ਸਨ ਤੇ ਇਸ ਇਲਾਕੇ ਦੀ ਉੱਨਤੀ ਲਈ ਉਹ ਭਰਪੂਰ ਕੋਸ਼ਿਸ਼ਾਂ ਕਰ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਦੁਆਬੇ ਖੇਤਰ ਲਈ ਬਹੁਤ ਸਾਰੀਆਂ ਵਿਕਾਸ ਯੋਜਨਾਵਾਂ ਲਿਖੀਆਂ ਗਈਆਂ ਨੇ ਤੇ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਬਣਨ ਨਾਲ ਕਾਲਜ ਨਾਲ ਮੈਡੀਕਲ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਨਹੀਂ ਜਾਣਾ ਪਵੇਗਾ ਅਤੇ ਇਸ ਮੈਡੀਕਲ ਕਾਲਜ ਵਿੱਚ ਹੀ ਉਹਨਾਂ ਨੂੰ ਉੱਚ ਦਰਜੇ ਦੀ ਮਿਆਰੀ ਡਾਕਟਰੀ ਸਿੱਖਿਆ ਮੁਹੱਈਆ ਕਰਵਾਈ ਜਾਏਗੀ ਤੇ ਇਸ ਦੇ ਨਾਲ ਲੋਕਾਂ ਨੂੰ ਘਰਾਂ ਨਜ਼ਦੀਕ ਹੀ ਬਿਹਤਰ ਅਤੇ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਹੋਣਗੀਆਂ। ਜਿੰਪਾ ਨੇ ਦੱਸਿਆ ਕਿ ਸਾਲ ਦੇ ਬਜਟ ਵਿੱਚ ਨਵੇਂ ਮੈਡੀਕਲ ਕਾਲਜ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 412 ਕਰੋੜ ਰੁਪਏ ਰੱਖੇ ਹਨ। ਉਹਨਾਂ ਲੋਕ ਨਿਰਮਾਣ ਮੰਤਰੀ ਬੇਨਤੀ ਕੀਤੀ ਕਿ ਇਸ ਕਾਲਜ ਦੀ ਇਮਾਰਤ ਦੇ ਨਿਰਮਾਣ ਲਈ ਟੈਂਡਰ ਛੇਤੀ ਲਗਾਏ ਜਾਣ ਤਾਂ ਜੋ ਇਹ ਜਲਦ ਤਿਆਰ ਹੋ ਸਕੇ। ਪੰਜਾਬ ਨੂੰ ਸਾਫ਼ ਸੁਥਰੀ ਊਰਜਾ ਦੇ ਉਤਪਾਦਨ ਵਿੱਚ ਦੇਸ਼ 'ਚੋਂ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਊਰਜਾ ਵਿਕਾਸ ਏਜੰਸੀ ਪੈਡਾ ਨੇ ਅੱਜ ਨਵੀਂ ਦਿੱਲੀ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਸੂਬੇ ਵਿੱਚ ਈ-ਮੋਬਾਇਲਿਟੀ ਲਈ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਦੇ ਨਾਲ ਗ੍ਰੀਨ ਹਾਈਡਰੋਜਨ ਦੇ ਉਤਪਾਦਨ ਲਈ ਸਾਂਝੇ ਤੌਰ ਤੇ ਉਪਰਾਲੇ ਕਰਨ ਲਈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ IIT ਰੋਪੜ ਨਾਲ ਸਮਝੌਤਾ ਸਹੀਬੱਧ ਕੀਤਾ। ਇਹ ਸਮਝੌਤਾ ਪੰਜਾਬ ਸਿਵਲ ਸਕੱਤਰੇਤ 1 ਵਿਖੇ ਪੈਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਰਵੀ ਭਗਤ ਅਤੇ IIT ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਅਰਜ਼ੀਵ ਅਹੂਜਾ ਵੱਲੋਂ ਸਹੀਬੱਧ ਕੀਤਾ ਗਿਆ। ਸਮਝੌਤਾ ਸਹੀਬੱਧ ਕਰਨ ਉਪਰੰਤ ਅਮਨ ਅਰੋੜਾ ਨੇ ਦੱਸਿਆ ਕਿ ਪੈਡਾ ਅਤੇ IIT ਰੋਪੜ ਵੱਲੋਂ ਬਾਇਓਮਾਸ ਤੋਂ ਗ੍ਰੀਨ ਹਾਈਡਰੋਜਨ ਦੇ ਉਤਪਾਦਨ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਤੋਂ ਇਲਾਵਾ ਈ-ਮੋਬਿਲਿਟੀ ਸੈਕਟਰ ਲਈ ਸੈਂਟਰ ਆਫ ਐਕਸੀਲੈਂਸ ਰਾਹੀਂ ਮੈਨ ਪਾਵਰ ਦੀ ਸਕਿੱਲ ਟ੍ਰਾਂਸਫਰ ਟ੍ਰੇਨਿੰਗ ਦੇ ਨਾਲ IIT ਰੋਪੜ ਵਿਖੇ 1 ਮੈਗਾਵਾਟ ਦਾ ਖੇਤੀਬਾੜੀ PV ਪ੍ਰੋਜੈਕਟ ਸਥਾਪਿਤ ਕਰਨ ਲਈ ਮਿਲ ਕੇ ਕੰਮ ਕੀਤਾ ਜਾਵੇਗਾ। ਗ੍ਰੀਨ ਹਾਈਡਰੋਜਨ ਉਤਪਾਦਨ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਸੰਬੰਧੀ ਪਹਿਲ ਕਦਮੀ ਕਰਨ ਲਈ IIT ਰੋਪੜ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਇਲੈਕਟ੍ਰਿਕ ਅਤੇ ਸੰਬੰਧਿਤ ਵਾਹਨਾਂ ਦੇ ਪ੍ਰਚਲਨ ਦਾ ਰਾਹ ਪੱਧਰਾ ਹੋਵੇਗਾ ਜਿਸ ਵਿੱਚ ਯੂਟਿਲਿਟੀ ਵਾਹਨ ਹਲਕੇ ਵਪਾਰਕ ਵਾਹਨਾਂ ਸਮੇਤ ਵਾਹਨਾਂ ਦੀ ਇੱਕ ਵਿਆਪਕ ਸ਼੍ਰੇਣੀ ਨੂੰ ਕਵਰ ਕੀਤਾ ਜਾਵੇਗਾ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼ ਅਤੇ ਸਵੱਛ ਊਰਜਾ ਦੇ ਉਤਪਾਦਨ ਵਿੱਚ ਮੋਹਰੀ ਸੂਬਾ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਪੈਡਾ ਦੇ ਡਾਇਰੈਕਟਰ MP ਸਿੰਘ ਨੇ ਗ੍ਰੀਨ ਹਾਈਡਰੋਜਨ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਨਾਲ ਸੰਬੰਧਿਤ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਬਾਰੇ ਵੀ ਚਰਚਾ ਕੀਤੀ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ETO ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਦੀ ਜਾਇਦਾਦ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਰਣਨੀਤੀ ਲਿਖੀ ਹੈ ਤਾਂ ਜੋ ਇਹਨਾਂ ਤੋਂ ਪ੍ਰਾਪਤ ਹੁੰਦੇ ਮਾਲੀਏ ਨੂੰ ਵਧਾਉਣ ਦੇ ਨਾਲ ਸੈਲਾਨੀਆਂ ਦੀ ਸਹੂਲਤ ਲਈ ਸੈਰ ਸਪਾਟਾ ਕੇਂਦਰਾਂ ਵਿਖੇ ਨਵੇਂ ਗੈਸਟ ਹਾਊਸ ਦੀ ਉਸਾਰੀ ਅਤੇ ਮੌਜੂਦਾ ਮੁਰੰਮਤ ਪੈਡਾ ਵਿੱਚ ਹਰੇ ਖੇਤਰ ਮੈਦਾਨ ਵਿਕਸਿਤ ਕਰਨ ਅਤੇ ਵਿਭਾਗ ਦੇ ਕਰਮਚਾਰੀਆਂ ਸਰਕਾਰੀ ਰਿਹਾਇਸ਼ਾਂ ਦੇ ਨਿਰਮਾਣ ਵਰਗੇ ਕਦਮ ਪੁੱਟੇ ਜਾ ਸਕਣ।
ਇੱਥੇ ਲੋਕ ਨਿਰਮਾਣ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੀਆਂ ਦੇਹਰਾਦੂਨ, ਹਰਿਦੁਆਰ, ਵਰਿੰਦਾਵਨ, ਦਿੱਲੀ ਅਤੇ ਪੰਜਾਬ ਤੋਂ ਬਾਹਰ ਕਈ ਥਾਵਾਂ ਤੇ ਜਾਇਦਾਦਾਂ ਹਨ। ਉਹਨਾਂ ਨਿਰਦੇਸ਼ ਦਿੱਤੇ ਕਿ ਦੂਜੇ ਰਾਜਾਂ ਵਿੱਚ ਵਿਭਾਗ ਦੀਆਂ ਜਾਇਦਾਦਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਤੇ ਰਿਪੋਰਟ ਕਰਨ ਲਈ ਵਿਭਾਗੀ ਕਮੇਟੀਆਂ ਬਣਾਈਆਂ ਜਾਣ। ਸੂਬੇ ਅੰਦਰ ਸਥਿਤ ਵਿਭਾਗ ਦੀਆਂ ਜਾਇਦਾਦਾਂ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਲੋਕ ਨਿਰਮਾਣ ਮੰਤਰੀ ਨੇ ਸਾਰੀਆਂ ਅਣਵਰਤੀਆਂ ਜਾਂ ਘੱਟ ਵਰਤੋਂ ਵਾਲੀਆਂ ਜਾਇਦਾਦਾਂ ਲੋਕ ਹਿੱਤ ਵਿੱਚ ਵਰਤਣ ਲਈ ਇੱਕ ਸੰਪੂਰਨ ਯੋਜਨਾ ਬਣਾਉਣ ਲਈ ਕਿਹਾ। ਉਹਨਾਂ ਕਿਹਾ ਕਿ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਅੰਮ੍ਰਿਤਸਰ, ਪਠਾਨਕੋਟ ਅਤੇ ਰੂਪਨਗਰ ਆਦਿ ਜ਼ਿਲ੍ਹਿਆਂ ਵਿੱਚ ਲੋਕ ਨਿਰਮਾਣ ਵਿਭਾਗ ਦੇ ਗੈਸਟ ਹਾਊਸਾਂ ਦੀ ਉਸਾਰੀ ਜਾਂ ਮੌਜੂਦਾ ਗੈਸਟ ਹਾਊਸਾਂ ਦੀ ਮੁਰੰਮਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਹਨਾਂ ਇਹ ਵੀ ਹਦਾਇਤਾਂ ਦਿੱਤੀਆਂ ਕਿ ਜੇਕਰ ਕੋਈ ਵੀ ਸਰਕਾਰੀ ਕਰਮਚਾਰੀ ਅਧਿਕਾਰੀ PWD ਦੇ ਗੈਸਟ ਹਾਊਸ ਵਿੱਚ ਬਿਨਾਂ ਕਿਰਾਇਆ ਦਿੱਤਿਆਂ ਠਹਿਰ ਰਿਹਾ ਤਾਂ ਸੰਬੰਧਿਤ ਵਿਭਾਗ ਤੋਂ ਕਿਰਾਇਆ ਵਸੂਲਿਆ ਜਾਏਗਾ। ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜੇ ਮਾਜਰੇ ਨੇ ਅੱਜ ਦੱਸਿਆ ਕਿ ਸੂਬੇ ਵਿੱਚ ਜੁਲਾਈ ਮਹੀਨੇ ਦੌਰਾਨ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਵਿੱਚ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ। ਉਹਨਾਂ ਕਿਹਾ ਕਿ AIF ਸਕੀਮ ਪੰਜਾਬ ਦੀ ਉਦਮੀ ਭਾਵਨਾ ਉਤਸ਼ਾਹਿਤ ਕਰਨ ਵਿੱਚ ਸਹਾਈ ਸਿੱਧ ਹੋਵੇਗੀ, ਜਿਸ ਨਾਲ ਸੂਬੇ ਦੀ ਖੇਤੀਬਾੜੀ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਵਿਕਾਸ ਹੋਇਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇ ਮਾਜਰੇ ਨੇ ਦੱਸਿਆ ਕਿ ਜੁਲਾਈ ਮਹੀਨੇ ਤੱਕ ਸੂਬੇ ਭਰ ਵਿੱਚ ਇਸ ਸਕੀਮ ਤਹਿਤ ਕੁੱਲ 8411 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜੋ ਖੇਤੀ ਆਧਾਰਿਤ ਵੱਖ-ਵੱਖ ਪ੍ਰੋਜੈਕਟਾਂ ਸਥਾਪਿਤ ਕਰਨ ਵਿੱਚ ਨਿਵੇਸ਼ ਲਈ ਖੇਤੀਬਾੜੀ ਨਾਲ ਸੰਬੰਧਿਤ ਲੋਕਾਂ ਤੇ ਕਿਸਾਨਾਂ ਦੀ ਡੂੰਘੀ ਦਿਲਚਸਪੀ ਨੂੰ ਉਤਸ਼ਾਹ ਨੂੰ ਦਰਸਾਉਂਦਾ। ਉਹਨਾਂ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 45-79 ਕਰੋੜ ਰੁਪਏ ਬਣਦੀ ਹੈ। ਕੈਬਨਿਟ ਮੰਤਰੀ ਕਿਹਾ ਕਿ ਬਾਗਬਾਨੀ ਵਿਭਾਗ ਨੇ AIF ਸਕੀਮ ਲਈ ਸੂਬੇ ਦੀ ਨੋਡਲ ਏਜੰਸੀ ਹੈ, ਜੋ ਬਿਨੇਕਾਰਾਂ ਨੂੰ ਸਹਾਇਤਾ ਅਤੇ ਸੇਧ ਪ੍ਰਦਾਨ ਕਰਕੇ ਇਸ ਪ੍ਰਗਤੀ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਬਾਗਬਾਨੀ ਮੰਤਰੀ ਨੇ ਦੱਸਿਆ ਕਿ ਲਾਭਪਾਤਰੀਆਂ ਨੇ 2481 ਰੁਪਏ ਦਾ ਕਰਜ਼ਾ ਰਾਸ਼ੀ ਲਈ ਅਪਲਾਈ ਕੀਤਾ ਸੀ, ਜਿਸ ਵਿੱਚੋਂ ਹੁਣ ਤੱਕ 4745 ਯੋਗ ਪ੍ਰੋਜੈਕਟਾਂ ਲਈ 1395 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਨੇ ਤੇ 980 ਕਰੋੜ ਰੁਪਏ ਵੰਡੇ ਜਾ ਚੁੱਕੇ ਨੇ। ਉਹਨਾਂ ਕਿਹਾ ਕਿ ਇਹ ਵਿੱਤੀ ਸਹਾਇਤਾ ਯਕੀਨਨ ਕਿਸਾਨਾਂ ਤੇ ਉਦਮੀਆਂ ਨੂੰ ਆਪਣੀ ਖੇਤੀਬਾੜੀ ਸੰਬੰਧੀ ਪਹਿਲ ਕਦਮੀ ਨੂੰ ਹੋਰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਤੇ ਸਮੁੱਚੀ ਉਤਪਾਦਕਤਾ ਨੂੰ ਵਧਾਉਣ ਲਈ ਵਧੇਰੇ ਸਹਾਈ ਸਿੱਧ ਹੋਵੇਗੀ। ABC ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਖਬਰਾਂ ਦਾ ਸਿਲਸਿਲਾ ਇੱਥੇ ਹੀ ਖਤਮ ਹੁੰਦਾ, ਪਰ ਤੁਸੀਂ ਇਸੇ ਤਰ੍ਹਾਂ ਬਣੇ ਰਹੋ, ਦੇਖਦੇ ਰਹੋ ABC ਪੰਜਾਬ। ਧੰਨਵਾਦ।